हाँ जी प्यारे विद्यार्थियों, थोड़ा स्वागत है मेरे चैनल एजुकेशन ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਰਸਿੰਗ ਕੋਰਸ ANM GNM BSc ਪੋਸਟ ਬੇਸਿਕ ਜਾਂ ਕੋਈ ਵੀ ਹੋਰ ਕੋਰਸ ਜੋ ਨਰਸਿੰਗ ਦਾ ਰਿਲੇਟਡ ਹੈ ਉਹ ਕਰ ਰਹੇ ਹੋ, ਜਾਂ ਫਿਰ ਨਰਸਿੰਗ ਦੇ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਵੀਡੀਓ ਸਪੈਸ਼ਲੀ ਤੁਹਾਡੇ ਲਈ ਹੈ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ, ਕਿਉਂਕਿ ਨਰਸਿੰਗ ਦਾ ਕੋਈ ਵੀ ਵਿਸ਼ਾ, ਕੋਈ ਵੀ ਟੌਪਿਕ ਤੁਹਾਨੂੰ ਪਿਓਰ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਇਸ ਚੈਨਲ ਦੇ ਉੱਪਰ ਸਮਝਾਇਆ ਜਾਵੇਗਾ। ਸੋ ਇਸ ਵੀਡੀਓ ਦਾ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਪ੍ਰਿੰਸੀਪਲ ਆਫ ਗ੍ਰੈਵਿਟੀ ਇਨ ਨਰਸਿੰਗ। ਸੋ ਗ੍ਰੈਵਿਟੀ ਨੂੰ ਪੰਜਾਬੀ ਵਿੱਚ ਗੁਰੂਤਾਕਰਸ਼ਣ ਕਿਹਾ ਜਾਂਦਾ ਹੈ। ਗੁਰੂਤਾ ਬਲ ਜੋ ਧਰਤੀ ਦੀ ਖਿੱਚ ਹੁੰਦੀ ਹੈ, ਠੀਕ ਹੈ, ਧਰਤੀ ਦੀ ਫੋਰਸ ਹੁੰਦੀ ਹੈ ਜਿਸ ਨਾਲ ਕੋਈ ਵੀ ਚੀਜ਼ ਆਪਾਂ ਉੱਪਰ ਸੁੱਟਦੇ ਤੋਂ ਵਾਪਸ ਧਰਤੀ ਵੱਲ ਆਉਂਦੀ ਹੈ, ਤਾਂ ਉਸ ਨੂੰ ਗੁਰੂਤਾਕਰਸ਼ਣ ਜਾਂ ਗ੍ਰੈਵਿਟੀ ਕਿਹਾ ਜਾਂਦਾ ਹੈ। ਤਾਂ ਉਸ ਗ੍ਰੈਵਿਟੀ ਦੇ ਸਿਧਾਂਤ ਦੀਆਂ ਨਰਸਿੰਗ ਦੇ ਵਿੱਚ ਕੀ ਐਪਲੀਕੇਸ਼ਨਸ ਹਨ, ਉਹ ਇਸ ਵੀਡੀਓ ਦਾ ਮੁੱਖ ਟੌਪਿਕ ਹੈ। ਸੋ ਸਭ ਤੋਂ ਫਸਟ ਪੁਆਇੰਟ ਹੈਗਾ ਸਟੈਂਡਿੰਗ ਵਿਦ ਬੈਲੈਂਸ, ਵਾਕਿੰਗ, ਥਰੋਇੰਗ ਐਂਡ ਅਦਰ ਬੋਡੀ ਐਕਟੀਵਿਟੀਜ਼ ਲਾਰਜਲੀ ਡਿਪੈਂਡ ਔਨ ਦਾ ਗ੍ਰੈਵਿਟੇਸ਼ਨਲ ਫੋਰਸ। ਠੀਕ ਹੈ ਜੀ, ਮਤਲਬ ਤੁਸੀਂ ਆਪਣੇ ਆਪ ਨੂੰ ਖੜੇ ਰੱਖਣਾ, ਸੰਤੁਲਨ ਦੇ ਵਿੱਚ ਖੜੇ ਰੱਖਣਾ, ਜਾਂ ਫਿਰ ਤੁਰਨਾ, ਜਾਂ ਫਿਰ ਆਪਾਂ ਜਿਵੇਂ ਕੋਈ ਬੋਲ ਸੁੱਟਦੇ ਹਾਂ ਕਿਸੇ ਚੀਜ਼ ਨੂੰ ਥਰੋ ਕਰਨਾ, ਠੀਕ ਹੈ, ਜਾਂ ਹੋਰ ਬੋਡੀ ਦੇ ਜਿਹੜੇ ਸਾਰੇ ਕਿਰਿਆਵਾਂ ਨੇ ਆਪਣੀਆਂ, ਉਹ ਗ੍ਰੈਵਿਟੇਸ਼ਨਲ ਫੋਰਸ ਦੇ ਉੱਪਰ ਹੀ ਡਿਪੈਂਡ ਕਰਦੀਆਂ ਨੇ, ਨਿਰਭਰ ਹੁੰਦੀਆਂ ਨੇ। ਵਿਦਾਊਟ ਗ੍ਰੈਵਿਟੀ ਦੇਅਰ ਵੁੱਡ ਬੀ ਨੋ ਪ੍ਰੈਸ਼ਰ ਇਨ ਦਾ ਲਿਕੁਇਡ। ਠੀਕ ਹੈ ਜੀ, ਬਿਨਾਂ ਗ੍ਰੈਵਿਟੀ ਤੋਂ ਕਿਸੇ ਵੀ ਪ੍ਰੈਸ਼ਰ ਦੇ ਵਿੱਚ, ਕਿਸੇ ਵੀ ਲਿਕੁਇਡ ਵਿੱਚ ਕੋਈ ਪ੍ਰੈਸ਼ਰ ਨਹੀਂ ਹੋ ਸਕਦਾ। ਸੋ ਯੂ ਕਾਂਟ ਗਿਵ ਇੰਟਰਾਵੇਨਸ ਇਨਫਿਊਜ਼ਨ ਔਰ ਬਲੱਡ ਟਰਾਂਸਫਿਊਜ਼ਨ ਇਨ ਦਾ ਐਬਸੈਂਸ ਆਫ ਗ੍ਰੈਵਿਟੀ। ਜੇ ਗ੍ਰੈਵਿਟੀ ਨਹੀਂ ਹੋਵੇਗੀ ਤਾਂ ਪੇਸ਼ੈਂਟ ਨੂੰ ਜਿਹੜਾ ਆਪਾਂ ਬਲੱਡ ਚੜਾਉਂਦੇ ਹਾਂ, ਜਿਸ ਨੂੰ ਟਰਾਂਸਫਿਊਜ਼ਨ ਕਿਹਾ ਜਾਂਦਾ ਹੈ, ਜਾਂ ਕੋਈ IV ਇੰਜੈਕਸ਼ਨ ਦਿੰਦੇ ਹਾਂ, IV ਫਲੂਇਡ ਦਿੰਦੇ ਹਾਂ, ਜਿਵੇਂ ਗਲੂਕੋਜ਼ ਲਗਾਉਂਦੇ ਹਾਂ, ਤਾਂ ਉਹ ਲਗਾਉਣਾ ਵੀ ਅਸੰਭਵ ਹੋ ਜਾਵੇਗਾ ਜੇ ਗ੍ਰੈਵਿਟੀ ਨਾ ਹੋਵੇ। ਇਸੇ ਤਰ੍ਹਾਂ ਤੀਸਰਾ ਪੁਆਇੰਟ ਆਪਣਾ ਹੈ ਬਲੱਡ ਸਰਕੂਲੇਸ਼ਨ ਇਨ ਦਾ ਬੋਡੀ ਮੇਨਲੀ ਡਿਪੈਂਡ ਅਪੋਨ ਗ੍ਰੈਵਿਟੀ। ਜੋ ਆਪਣੇ ਸਰੀਰ ਦੇ ਵਿੱਚ ਰਕਤ ਦਾ ਪ੍ਰਵਾਹ ਹੁੰਦਾ ਹੈ, ਖੂਨ ਦਾ ਪ੍ਰਵਾਹ ਹੁੰਦਾ ਹੈ, ਉਹ ਵੀ ਬਿਨਾਂ ਗ੍ਰੈਵਿਟੀ ਤੋਂ ਨਹੀਂ ਹੋ ਸਕਦਾ। ਚੇਂਜਸ ਇਨ ਦਾ ਬੋਡੀ ਪੋਜੀਸ਼ਨ ਆਲਟਰ ਦਾ ਪ੍ਰੈਸ਼ਰ ਆਫ ਦਾ ਬਲੱਡ ਇਨ ਡਿਫਰੈਂਟ ਪਾਰਟਸ ਆਫ ਦਾ ਬੋਡੀ। ਜੇ ਆਪਾਂ ਆਪਣੇ ਸਰੀਰ ਦੀ ਸਥਿਤੀ ਨੂੰ ਜਾਂ ਪੋਜੀਸ਼ਨ ਨੂੰ ਚੇਂਜ ਕਰ ਲੈਂਦੇ ਹਾਂ ਤਾਂ ਉਸ ਦਾ ਪ੍ਰਭਾਵ ਆਪਣੇ ਬਲੱਡ ਪ੍ਰੈਸ਼ਰ ਦੇ ਉੱਪਰ ਪੈਂਦਾ ਹੈ। ਤਾਂ ਬਲੱਡ ਪ੍ਰੈਸ਼ਰ ਚੇਂਜ ਹੋਣ ਦੇ ਨਾਲ ਜਿਹੜੀ ਬਲੱਡ ਦੀ ਗਤੀਵਿਧੀ ਹੁੰਦੀ ਹੈ, ਬਲੱਡ ਦਾ ਪ੍ਰਵਾਹ ਹੁੰਦਾ ਹੈ, ਉਹ ਡਿਫਰੈਂਟ ਅੰਗਾਂ ਵੱਲ ਚੇਂਜ ਹੋ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਮੰਨ ਲਓ ਕਿ ਇਸ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ, ਤਾਂ ਆਪਾਂ ਉਸ ਨੂੰ ਕੀ ਕਰਦੇ ਹਾਂ, ਆਪਾਂ ਉਸ ਦੀਆਂ ਹੈਡ ਜੋ ਹੈ ਉਹ ਅਪ ਸਾਈਡ ਕਰ ਦਿੰਦੇ ਹਾਂ ਅਤੇ ਲੈਗ ਡਾਊਨ ਕਰ ਦਿੰਦੇ ਹਾਂ। ਜੇ ਕਿਸੇ ਦਾ BP ਘਟਿਆ ਹੋਵੇ ਤਾਂ ਉਸ ਦੀਆਂ ਲੈਗ ਅਪ ਸਾਈਡ ਅਤੇ ਹੈਡ ਡਾਊਨ ਕਰ ਦਿੰਦੇ ਹਾਂ। ਤਾਂ ਉਹਦੇ ਨਾਲ ਕੀ ਹੁੰਦਾ, ਪੋਜੀਸ਼ਨ ਚੇਂਜ ਹੋਣ ਦੇ ਨਾਲ ਬਲੱਡ ਦਾ ਜਿਹੜਾ ਬਹਾਵ ਹੈ ਉਹ ਚੇਂਜ ਹੋ ਜਾਂਦਾ ਹੈ। ਸੋ ਇੱਥੇ ਵੀ ਗ੍ਰੈਵਿਟੀ ਦਾ ਪ੍ਰਿੰਸੀਪਲ ਅਪਲਾਈ ਹੁੰਦਾ ਹੈ। ਸੋ ਇਸ ਤਰ੍ਹਾਂ ਆਪਣਾ ਫੋਰਥ ਪੁਆਇੰਟ ਹੈ ਪਰਸਨ ਸਟੈਂਡਿੰਗ ਫॉर ਲੌਂਗ ਮੇ ਹੈਵ ਐਡੀਮਾ ਆਫ ਦਾ ਲੈਗਸ। ਮਤਲਬ ਜਿਸ ਤਰ੍ਹਾਂ ਕੋਈ ਤੁਸੀਂ ਦੇਖੋ ਜਿਹੜੇ ਲੋਕ ਖੜ੍ਹ ਕੇ ਜੋਬ ਕਰਨ ਵਾਲੇ ਹੁੰਦੇ ਨੇ ਲੰਬੇ ਸਮੇਂ ਲਈ, ਜਿਵੇਂ ਕਿ ਸਿਕਿਉਰਿਟੀ ਗਾਰਡ ਹੋ ਗਏ, ਤਾਂ ਉਹਨੇ ਜਿਹੜੇ ਲੈਗਸ ਨੇ ਉਹਦੇ ਵਿੱਚ ਐਡੀਮਾ ਹੋ ਸਕਦਾ ਹੈ। ਐਡੀਮਾ ਤੋਂ ਭਾਵ ਹੁੰਦਾ ਸਵੈਲਿੰਗ, ਠੀਕ ਹੈ। ਤਾਂ ਉਹਨਾਂ ਨੂੰ ਵੈਰੀਕੋਜ਼ ਵੇਨਸ ਨਾਮ ਦੀ ਬਿਮਾਰੀ ਵੀ ਹੋ ਸਕਦੀ ਹੈ, ਕਿਉਂਕਿ ਸਰਕੂਲੇਸ਼ਨ ਦੇ ਉੱਪਰ ਨੈਗੇਟਿਵ ਪ੍ਰਭਾਵ ਪੈ ਜਾਂਦਾ ਹੈ। ਗ੍ਰੈਵਿਟੀ ਐਕਸਰਸਾਈਜ਼ਸ ਆਰ ਸਮਟਾਈਮ ਪ੍ਰਸਕ੍ਰਾਈਬਡ ਫॉर ਦਾ ਪੇਸ਼ੈਂਟਸ ਵਿਦ ਸਰਕੂਲੇਟਰੀ ਡਿਸਆਰਡਰਸ। ਜਿਨ੍ਹਾਂ ਲੋਕਾਂ ਨੂੰ, ਜਿਨ੍ਹਾਂ ਵਿਅਕਤੀਆਂ ਨੂੰ ਸਰਕੂਲੇਟਰੀ ਯਾਨੀ ਕਿ ਬਲੱਡ ਦੇ ਜਿਹੜੇ ਬਹਾਵ ਹੁੰਦਾ ਹੈ ਉਸ ਦੇ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਹਨ, ਤਾਂ ਉਹਨਾਂ ਨੂੰ ਗ੍ਰੈਵਿਟੀ ਐਕਸਰਸਾਈਜ਼ ਕਰਨ ਨੂੰ ਕਿਹਾ ਜਾਂਦਾ ਹੈ। ਫਿਫਥ ਪੁਆਇੰਟ ਆਪਣਾ ਹੈ ਬ੍ਰੇਨ ਸਰਜਰੀ ਇਜ਼ ਫਰੀਕੁਐਂਟਲੀ ਡਨ ਵਿਦ ਦ ਪੇਸ਼ੈਂਟ ਇਨ ਅ ਸਿਟਿੰਗ ਔਰ ਸੈਮੀ ਸਿਟਿੰਗ ਪੋਜੀਸ਼ਨ ਟੂ ਲੈਸਨ ਦਾ ਡੇਂਜਰ ਆਫ ਹੈਮਰੇਜ। ਹੈਮਰੇਜ ਤੋਂ ਭਾਵ ਹੁੰਦਾ ਹੈ ਇੰਟਰਨਲ ਬਲੀਡਿੰਗ। ਤਾਂ ਇੰਟਰਨਲ ਬਲੀਡਿੰਗ ਨੂੰ ਰੋਕਣ ਦੇ ਲਈ ਜੋ ਬ੍ਰੇਨ ਦੀ ਸਰਜਰੀ ਕੀਤੀ ਜਾਂਦੀ ਹੈ, ਤਾਂ ਉਹ ਪੇਸ਼ੈਂਟ ਨੂੰ ਸਿਟਿੰਗ ਜਾਂ ਸੈਮੀ ਸਿਟਿੰਗ, ਮਤਲਬ ਬਿਲਕੁਲ ਬੈਠੇ ਹੋਏ ਜਾਂ ਅਰਧ ਬੈਠੇ ਹੋਏ ਪੋਜੀਸ਼ਨ ਦੇ ਵਿੱਚ ਬਿਠਾ ਕੇ ਕੀਤੀ ਜਾਂਦੀ ਹੈ। ਠੀਕ ਹੈ ਜੀ, ਤਾਂ ਇੱਥੇ ਵੀ ਗ੍ਰੈਵਿਟੀ ਜਿਹੜਾ ਸਿਧਾਂਤ ਹੈ ਉਹ ਕੰਮ ਕਰ ਰਿਹਾ ਹੈ। ਆਫਟਰ ਅ ਰਿਬ ਰੀਸੈਕਸ਼ਨ ਦਾ ਪੇਸ਼ੈਂਟ ਇਜ਼ ਕੈਪਟ ਪਲੇਸਡ ਇਨ ਸੈਮੀ ਸਿਟਿੰਗ ਪੋਜੀਸ਼ਨ। ਰਿਬ ਜੋ ਆਪਣਾ ਰਿਬ ਕੇਜ ਹੁੰਦਾ ਛਾਤੀ ਦੇ ਵਿੱਚ, ਠੀਕ ਹੈ, ਤਾਂ ਉਸ ਦੀ ਕੋਈ ਸਰਜੀਕਲ ਟਰੀਟਮੈਂਟ ਤੋਂ ਬਾਅਦ ਪੇਸ਼ੈਂਟ ਨੂੰ ਸੈਮੀ ਸਿਟਿੰਗ ਪੋਜੀਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ, ਤਾਂ ਕਿ ਉਸ ਦੇ ਅੰਦਰੋਂ ਜੋ ਵੀ ਸਲਾਈਵਾ ਵਗੈਰਾ ਜੋ ਕਿ ਜਿਹੜੀ ਸਕ੍ਰੀਸ਼ਨਸ ਹੁੰਦੀਆਂ ਨੇ ਉਹਦੀ ਪ੍ਰੋਪਰ ਡਰੇਨੇਜ ਹੋ ਸਕੇ, ਪ੍ਰੋਪਰ ਬਾਹਰ ਨਿਕਲ ਸਕੇ, ਠੀਕ ਹੈ, ਕਿਉਂਕਿ ਨਹੀਂ ਤਾਂ ਪੇਸ਼ੈਂਟ ਜਿਹੜਾ ਉਹ ਐਸਪਾਈਰੇਟ ਕਰ ਜਾਂਦਾ ਹੈ ਅਤੇ ਡੈਥ ਦੇ ਚਾਂਸਸ ਵੱਧ ਜਾਂਦੇ ਹਨ।
पॉइंट नंबर 7 इन एनास्थैटिक पेशेंट जिहड़ा पेशेंट सुन्न किया जाता है सर्जरी आदि परफॉर्म करन तो पहलां when his or her head is placed on one side then the tongue and oral secretion drop down due to gravity that make a larger passageway for air to enter and respiration improves। मतलब ਜਿਹੜਾ ਐਨਾਸਥੈਟਿਕ ਪੇਸ਼ੈਂਟ ਹੁੰਦਾ ਹੈ ਜਿਸ ਨੂੰ ਸੁੰਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਉਸਦੇ ਸਿਰ ਨੂੰ ਇੱਕ ਸਾਈਡ ਵੱਲ ਰੱਖਿਆ ਜਾਂਦਾ ਹੈ ਤਾਂ ਕਿ ਉਸਦੇ ਜਿਹੜੇ ਜੀਭ ਹੈ ਪੇਸ਼ੈਂਟ ਦੀ ਅਤੇ ਉਸ ਦੇ ਮੂੰਹ ਵਿੱਚ ਜੋ ਸਕ੍ਰੇਸ਼ਨਸ ਹੁੰਦੀਆਂ ਹਨ, ਠੀਕ ਹੈ, ਤਾਂ ਉਹ ਇੱਕ ਸਾਈਡ 'ਤੇ ਹੋ ਜਾਂਦੀਆਂ ਹਨ ਤਾਂ ਕਿ ਉਸਦੇ ਮੂੰਹ ਦੇ ਰਾਹੀਂ ਏਅਰ ਨੂੰ ਐਂਟਰ ਹੋਣ ਨੂੰ ਜ਼ਿਆਦਾ ਜਗ੍ਹਾ ਅਤੇ ਜ਼ਿਆਦਾ ਸਮਾਂ ਮਿਲ ਸਕੇ ਤਾਂ ਕਿ ਐਨਾਸਥੈਟਿਕ ਪੇਸ਼ੈਂਟ ਦੇ ਜਿਹੜੇ ਸਾਹ ਨੇ ਉਹ ਸਹੀ ਤਰੀਕੇ ਨਾਲ ਚੱਲਦੇ ਰਹਿਣ, ਉਸਨੂੰ ਸਾਹ ਲੈਣ ਵਿੱਚ ਕੋਈ ਤਕਲੀਫ ਨਾ ਆਵੇ। ਸੋ ਇਹਨਾਂ ਸਾਰੇ ਹੀ ਫੰਕਸ਼ਨ ਦੇ ਵਿੱਚ ਗ੍ਰੈਵਿਟੀ ਜਿਹੜੀ ਹੈਗੀ ਆ ਉਹ ਆਪਣਾ ਰੋਲ ਅਦਾ ਕਰ ਰਹੀ ਹੈ। ਠੀਕ ਹੈ ਜੀ, ਤਾਂ ਹੁਣ ਗੱਲ ਕਰਾਂਗੇ ਪੁਆਇੰਟ ਨੰਬਰ 8 ਦੀ। ਸੋ ਇੱਥੇ ਕੀ ਹੈਗਾ, ਦਾ ਰਿਥਰੋਸਾਈਟ ਸੈਡੀਮੈਂਟੇਸ਼ਨ ਇੱਕ ਟੈਸਟ ਹੁੰਦਾ ਹੈ ਕਿਸੇ ਵੀ ਵਿਅਕਤੀ ਦੇ ਅੰਦਰ ਇਨਫੈਕਸ਼ਨ ਦੇ ਲੈਵਲ ਨੂੰ ਚੈੱਕ ਕਰਨ ਦੇ ਲਈ ESR ਰਿਥਰੋਸਾਈਟ ਸੈਡੀਮੈਂਟੇਸ਼ਨ ਰੇਟ ਟੈਸਟ ਕੀਤਾ ਜਾਂਦਾ ਹੈ। ਇਟ ਇਜ਼ ਆਲਸੋ ਬੇਸਡ ਔਨ ਦਾ ਗ੍ਰੈਵਿਟੀ ਓਨਲੀ। ਇਹ ਪੂਰੇ ਦਾ ਪੂਰਾ ਟੈਸਟ ਗ੍ਰੈਵਿਟੀ ਦੇ ਉੱਪਰ ਆਧਾਰਿਤ ਹੁੰਦਾ ਹੈ। ਠੀਕ ਹੈ, ਸੈਡੀਮੈਂਟੇਸ਼ਨ ਰੇਟ ਮੈਜ਼ਰ ਕਰਕੇ ਪਤਾ ਲੱਗਦਾ ਜੇ ਸੈਡੀਮੈਂਟੇਸ਼ਨ ਰੇਟ ਜਿੰਨਾ ਜ਼ਿਆਦਾ ਹੋਊਗਾ ਤਾਂ ਉਹਦਾ ਭਾਵ ਹੁੰਦਾ ਹੈ ਕਿ ਉਸ ਵਿਅਕਤੀ ਦੇ ਅੰਦਰ ਇਨਫੈਕਸ਼ਨ ਦਾ ਲੈਵਲ ਉਨਾ ਜ਼ਿਆਦਾ ਹੈ, ਮਤਲਬ ਗੰਭੀਰ ਇਨਫੈਕਸ਼ਨ ਤੋਂ ਪੀੜਤ ਹੈ। ਓਕੇ, ਤਾਂ ਇਹਦੇ 'ਚ ਆਪਾਂ ਮੈਜ਼ਰ ਕਰ ਦਿਆਂਗੇ ਡੈਪਥ ਆਫ ਦਾ ਸਰਫੇਸ ਬਿਟਵੀਨ ਦਾ ਕਲੀਅਰ ਪਲਾਜ਼ਮਾ ਐਂਡ ਦਾ ਸੈਲਸ। ਠੀਕ ਹੈ ਜੀ, ਤਾਂ ਪਲਾਜ਼ਮਾ ਅਤੇ RBC ਸੈੱਲ ਦੇ ਵਿਚਾਲੇ ਜੋ ਡੈਪਥ ਹੈ ਉਹ ਕਿੰਨੀ ਹੈ, ਮਤਲਬ ਕਾਲਮ ਦੀ ਲੈਂਥ ਤੋਂ ਪਤਾ ਲੱਗਦਾ ਹੈ ਆਪਾਂ ਨੂੰ ESR ਦੀ ਵੈਲਿਊ। ਪੁਆਇੰਟ ਨੰਬਰ 9 ਪੋਸਚਰਲ ਡਰੇਨੇਜ ਆਫਟਰ ਦਾ ਚੈਸਟ ਫਿਜ਼ੀਓਥੈਰੇਪੀ ਇਜ਼ ਆਲਸੋ ਬੇਸਡ ਔਨ ਦਾ ਗ੍ਰੈਵਿਟੀ। ਤਾਂ ਫਿਜ਼ੀਓਥੈਰੇਪਿਸਟ ਦੁਆਰਾ ਜੋ ਪੇਸ਼ੈਂਟ ਦੀ ਪੋਸਚਰਲ ਡਰੇਨੇਜ ਕੀਤੀ ਜਾਂਦੀ ਹੈ ਤਾਂ ਉਹ ਵੀ ਗ੍ਰੈਵਿਟੀ ਦੇ ਪ੍ਰਿੰਸੀਪਲ ਦੇ ਉੱਪਰ ਆਧਾਰਿਤ ਹੁੰਦੀ ਹੈ। ਡਰੇਨੇਜ ਤੋਂ ਭਾਵ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਸਕ੍ਰੀਸ਼ਨ ਨੂੰ ਬੋਡੀ ਤੋਂ ਬਾਹਰ ਕੱਢਣਾ। A dependent position with legs dragged in one side of the bed for patient with congestive cardiac failure to accumulate excessive fluid in the in the legs to facilitate the breathing is also achieved through gravity। ਓਕੇ, ਤਾਂ ਇਹ ਤੋਂ ਕੀ ਭਾਵ ਹੈ ਕਿ ਜਿਹੜੇ ਪੇਸ਼ੈਂਟ ਜਿਨ੍ਹਾਂ 'ਚ ਕੰਜੈਸਟਿਵ ਕਾਰਡੀਅਕ ਡਿਜ਼ੀਜ਼ ਹੁੰਦੀ ਹੈ, ਮਤਲਬ ਹਾਰਟ ਦੀ ਬਿਮਾਰੀ ਹੁੰਦੀ ਹੈ, ਤਾਂ ਉਹਨਾਂ ਨੂੰ ਡਿਪੈਂਡੈਂਟ ਪੋਜੀਸ਼ਨ ਦੇ ਵਿੱਚ ਬਿਠਾਇਆ ਜਾਂਦਾ ਹੈ ਵਿਦ ਲੈਗਸ ਡਰੈਗਡ ਇਨ ਵਨ ਸਾਈਡ। ਲੱਤਾਂ ਜਿਹੜੀਆਂ ਨੇ ਉਹ ਇੱਕ ਸਾਈਡ ਵੱਲ ਕੀਤੀਆਂ ਜਾਂਦੀਆਂ ਨੇ। ਠੀਕ ਹੈ ਜੀ, ਤਾਂ ਕਿ ਕੀ ਹੈਗਾ ਕਿ ਜਿਹੜਾ ਐਕਸੈਸਿਵ ਫਲੂਇਡ ਹੈਗਾ ਉਹ ਲੈਗਸ ਦੇ ਵਿੱਚ ਚਲਾ ਜਾਵੇ ਅਤੇ ਛਾਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ, ਤਾਂ ਕਿ ਸਾਹ ਜਿਹੜੇ ਹੈਗੇ ਨੇ ਉਹ ਪੇਸ਼ੈਂਟ ਦੇ ਸਹੀ ਚੱਲਦੇ ਰਹਿਣ। ਫਿਰ ਹੈ oscillating beds used to change the position to facilitate circulation of blood and lymph is achieved with gravity। ਮਤਲਬ ਕੁਝ oscillating beds ਹੁੰਦੇ ਨੇ ਘੁੰਮਦੇ ਰਹਿੰਦੇ ਨੇ ਅਪ ਐਂਡ ਡਾਊਨ, ਮਤਲਬ ਸਾਈਡ ਟੂ ਸਾਈਡ ਘੁੰਮਦੇ ਰਹਿੰਦੇ ਨੇ। ਤਾਂ ਉਹਦੇ ਨਾਲ ਵੀ ਕੀ ਹੈਗਾ ਬੇਸਿਕਲੀ ਇਹਦਾ ਮੇਨ ਮੰਤਵ ਹੁੰਦਾ ਕਿ ਪੇਸ਼ੈਂਟ ਜਿਹੜੀ ਸਰਕੂਲੇਸ਼ਨ ਹੈ ਉਹ ਸਹੀ ਸਲਾਮਤ ਚੱਲਦੀ ਰਹੇ, ਕਿਉਂਕਿ ਸਰਕੂਲੇਸ਼ਨ ਤੋਂ ਹੀ ਬਹੁਤ ਸਾਰੀ ਬਿਮਾਰੀਆਂ ਸਟਾਰਟ ਹੁੰਦੀਆਂ ਨੇ ਜੇ ਸਰਕੂਲੇਸ਼ਨ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੋਵੇ। ਇਸੇ ਤਰ੍ਹਾਂ ਪੁਆਇੰਟ ਨੰਬਰ 12 ਆਪਣਾ ਹੈ ਡੂਰਿੰਗ thoracocentesis, paracentesis, peritoneal dialysis fluid is drained with the principle of gravity। ਤਾਂ ਬੋਡੀ 'ਚੋਂ ਕਿਸੇ ਵੀ ਤਰ੍ਹਾਂ ਦੇ ਫਲੂਇਡ ਨੂੰ ਕਿਸੇ ਵੀ ਔਰਗਨ ਦੇ ਵਿੱਚੋਂ ਡਰੇਨ ਕਰਨ ਦੇ ਲਈ ਗੁਰੂਤਾ ਜਿਹੜੀ ਫੋਰਸ ਹੁੰਦੀ ਹੈ, ਗੁਰੂਤਾਕਰਸ਼ਣ ਜਿਹਨੂੰ ਆਪਾਂ ਗ੍ਰੈਵਿਟੀ ਕਿਹਾ ਹੈ, ਤਾਂ ਉਸ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ। ਇਸੇ ਤਰ੍ਹਾਂ ਪੋਸਟ ਰੈਡੀਕਲ ਮੈਸੈਕਟਮੀ ਤੋਂ ਭਾਵ ਹੁੰਦਾ ਰਿਮੂਵਲ ਆਫ ਬ੍ਰੈਸਟ ਟਿਸ਼ੂ। ਅਫੈਕਟਡ ਸਾਈਡ ਆਰਮ ਇਜ਼ ਕੈਪਟ ਔਨ ਹਾਈ ਪੋਜੀਸ਼ਨ। ਤਾਂ ਜਿਸ ਸਾਈਡ 'ਤੇ ਜ਼ਿਆਦਾ ਪ੍ਰਭਾਵ ਹੁੰਦਾ ਹੈ ਉਹ ਵਾਲੀ ਆਰਮ ਨੂੰ ਹਾਈ ਪੋਜੀਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ। ਠੀਕ ਹੈ ਜੀ, ਤਾਂ ਕਿ ਉੱਥੋਂ ਜਿਹੜੇ ਵੀ ਲਿੰਫ ਵਗੈਰਾ ਹੁੰਦਾ ਹੈ ਉਹ ਪ੍ਰੋਪਰਲੀ ਪ੍ਰਭਾਵਸ਼ਾਲੀ ਤਰੀਕੇ ਨਾਲ ਡਰੇਨ ਆਊਟ ਹੋ ਸਕੇ ਅਤੇ ਨਾਲ ਹੀ ਬਾਂਹ ਦੇ ਉੱਪਰ ਆਉਣ ਵਾਲੀ ਸਵੈਲਿੰਗ ਦੀ ਪਹਿਲਾਂ ਹੀ ਰੋਕਥਾਮ ਕੀਤੀ ਜਾ ਸਕੇ। ਸੋ ਨੈਕਸਟ ਆਪਣਾ ਆਉਂਦਾ ਹੈ ਕੁਐਸਚਨ ਬੋਡੀ ਮਕੈਨਿਕਸ। ਸੋ ਬੋਡੀ ਮਕੈਨਿਕ ਕੀ ਹੈ ਇਹ ਆਪਾਂ ਡਿਸਕਸ ਕਰਾਂਗੇ ਹੁਣ। ਹਿਊਮਨ ਬੋਡੀ ਇਜ਼ ਅ ਕੰਪਲੈਕਸ ਮਸ਼ੀਨ ਇਨ ਵਿਚ ਵੇਰੀਅਸ ਸਿੰਪਲ ਮਸ਼ੀਨਸ ਵਰਕ ਟੂ ਪਰਫੋਰਮ ਦਾ ਫਿਜ਼ੀਕਲ ਐਕਟੀਵਿਟੀਜ਼। ਤਾਂ ਇੱਥੇ ਕੀ ਕਿਹਾ ਗਿਆ ਕਿ ਜਿਹੜਾ ਮਨੁੱਖ ਦਾ ਸਰੀਰ ਹੈ ਉਹ ਇੱਕ ਮਸ਼ੀਨ ਦੀ ਤਰ੍ਹਾਂ ਵਰਕ ਕਰਦਾ ਹੈ ਜਿਸ ਦੇ ਵਿੱਚ ਹੋਰ ਬਹੁਤ ਸਾਰੀਆਂ ਛੋਟੀ ਛੋਟੀਆਂ ਮਸ਼ੀਨਾਂ ਹਨ ਜੋ ਆਪਣਾ ਕੰਮ
परफॉर्म करदियां ने, ठीक है, अपनी अपनी फिजिकल जानी कि शारीरिक क्रिया करदियां ने। द एफिशिएंसी ऑफ द मैन बॉडी एज अ मशीन इज़ ऑबटेन्ड बाय यूजिंग द रिलेशन। मतलब मनुख का ਜਿਹੜਾ स्ट्रक्चर है जो एक मशीन तौर पर मन्निया गया है, तो मशीन किस तरह काम करती है, उसकी प्रभावशीलता कितनी है, तो उसनूं आपां एफिशिएंसी कहते हैं। तो उसकी एफिशिएंसी नूं कैलकुलेट करने के लिए जो फॉर्मूला है वो इस तरह है कि एफिशिएंसी इज इक्वल टू वर्क डन, मतलब शरीर ने कितना काम किया, डिवाइड बाय एनर्जी कंज्यूम्ड, कितनी ऊर्जा खपत की, तो इसनूं डिवाइड करन तो बाद 100 नाल मल्टीप्लाई करके परसेंटेज कढ़ सकते हैं आपां एफिशिएंसी की। ठीक है जी, एफिशिएंसी नूं आपां बहुत शुद्ध भाषा 'च समझ सकते हैं कि आपां किन्ने घੱਟ ਤੋਂ घੱਟ समय 'ਚ किन्ना ਵੱਧ ਤੋਂ ਵੱਧ ਕੰਮ ਕੀਤਾ, ਤਾਂ ਉਸਨੂੰ एफिशिएंट ऑर्गन मन्निया जाता है, जिस ऑर्गन ने घੱਟ समय 'ਚ ज़्यादा काम किया। सो नैक्सट है अपना बॉडी मकैनिक्स के की सिद्धांत ने। नंबर 1 है टू रिड्यूस फटीग ऑफ द मसल ग्रुप्स ऑलवेज मेनटेन गुड बॉडी मकैनिक्स। तो गुड बॉडी मकैनिक्स अगर आप बना के रखीए तो अपन मसल्स के उपर ज़्यादा फटीग नहीं आती, ज़्यादा थकावट नहीं आती। ऑब्जैक्ट इक्विलिब्रियम शुड बी मेनटेन्ड एज लॉन्ग एज द लाइन ऑफ ग्रैविटी पास थ्रू इट्स बेस ऑफ द सपोर्ट। मतलब इन्ना क ज़्यादा इक्विलिब्रियम बना के रखना जरूरी होंदा है कि जिहड़ी लाइन ऑफ ग्रैविटी है वो सेंटर दे विचों पास होवे। लोअर द सेंटर ऑफ ग्रैविटी ग्रेटर इज़ द स्टेबिलिटी ऑफ बॉडी। जिन्ना सेंटर ऑफ ग्रैविटी घट होवेगा उन्नी बॉडी की स्थिरता ज़्यादा होगी, स्टेबिलिटी ज़्यादा होगी। नैक्सट है वाइडर द बेस ऑफ सपोर्ट ग्रेटर इज़ द स्टेबिलिटी ऑफ बॉडी। तुसीं देखिया होवेगा जिहड़े पेशेंट खुद चलण फिरन च असमर्थ होंदे ने, तो उन्होंने एक चलण के लिए सपोर्ट दी जाती है, तो वो सपोर्ट जिहड़ा बेस होंदा है उसके 4 कॉर्नरस होंदे ने, तो जिन्ना वो ब्रॉड होगा उन्ना ज़्यादा उहदे पेशेंट की स्थिरता होगी, पेशेंट स्टेबल होएगा। ऑलवेज फेस द डायरैक्शन ऑफ मूवमेंट टू प्रिवेंट द एबनॉर्मल ट्विस्टिंग ऑफ स्पाइन। आपकी रीढ़ की हड्डी नूं मुड़न तो बचाउण दे लई हमेशा जिहड़ा अपना फेस है वह डायरैक्शन ऑफ मूवमेंट वाल ही रखना चाहिए। जिस दिशा च मूवमेंट हो उस दिशा च फेस की पोजीशन होनी चाहिए है। इट इज़ ईजियर टू पुल पुश और रोल एन ऑब्जैक्ट दैन टू लिफ्ट इट। किसी भी ऑब्जैक्ट नूं, किसी भी वस्तु नूं चक्कन की बजाय उसनूं खिंचना, उसनूं धक्कना, ठीक है, यह ज़्यादा जिहड़ा हैगा मतलब प्रभावशाली होंदा है, बहुत सौखा होंदा है। नैक्सट अपना है यूज़ द आर्म एंड लैग मसल्स मोर दैन दैट ऑफ बैक मसल्स। आपदी जिहड़े पिठ दी मांसपेशियां ने ਉਹਨੂੰ ਵਰਤਣ ਦੀ ਬਜਾਏ ਆਰਮ ਅਤੇ ਲੈਗ ਜਾਣੀ ਕਿ ਬਾਹਾਂ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਜ਼ਿਆਦਾ ਵਰਤਣਾ ਚਾਹੀਦਾ ਹੈ। ਠੀਕ ਹੈ ਜੀ। ਰੈਸਟ ਬਿਟਵੀਨ ਦ ਪੀਰੀਅਡ ਆਫ ਵਰਕ ਟੂ ਇੰਪਰੂਵ ਵਰਕ ਐਫੀਸ਼ੀਐਂਸੀ। ਕੰਮ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਵਾਸਤੇ ਵਰਕ ਕਰਦੇ ਹੋਏ ਵਿੱਚ ਵਿੱਚ ਆਰਾਮ ਕਰਨਾ, ਰੈਸਟ ਲੈਣਾ ਬੜਾ ਜ਼ਰੂਰੀ ਹੁੰਦਾ ਹੈ। ਸੋ ਇਹ ਸਨ ਸਿਧਾਂਤ ਬੋਡੀ ਮਕੈਨਿਕਸ ਦੇ। ਸੋ ਮੈਡੀਕਲ ਅਤੇ ਪੈਰਾਮੈਡੀਕਲ ਸਾਇੰਸ ਦੇ ਕਿਸੇ ਵੀ ਵਿਸ਼ੇ ਦੇ ਕਿਸੇ ਵੀ ਟੌਪਿਕ ਨੂੰ ਪਿਓਰ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਸਮਝਣ ਦੇ ਲਈ एजुकेशन सिंपलीफाइड बाय OCDC नाल हमेशा लिए जुड़ जावो ਅਤੇ ਨਾਲ ही प्ले स्टोर तो ऐप डाउनलोड कर लवो OCDC एजू पॉइंट। किसी भी कंपीटिशन एग्जाम लिए नोट्स परचेज करने 98 763 71 788 संपर्क कर सकते हो। थैंक यू, थैंक्स फॉर वॉचिंग।